तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰਿ ਸੋਭਾ। ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ। ਹਰ ਪਰਿਉ ਤੋ ਦੁਆਰੀ, ਲੇਖਾ ਛੋੜ ਅਲਿਖਹਿ ਛੁਟੈ। ਹਮ ਨਿਰਗੁਣ ਲੇਹੋ ਉਭਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ। ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲਿਹੋ ਇਹ ਬਾਰੀ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੈ ਤਾਏ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਲੜੀਵਾਰ ਗੁਰ ਇਤਿਹਾਸ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਆਪ ਸਰਵਣ ਕਰ ਰਹੇ ਹੋ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਰਹਿਮਤ ਕਰਨ, ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਆਪ ਸੰਗਤ ਦੇਸ਼ ਅਤੇ ਵਿਦੇਸ਼ ਅੰਦਰ ਚੈਨਲ ਦੇ ਮਾਧਿਅਮ ਰਾਹੀਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਸੁਣਨ ਵਾਸਤੇ ਜੁੜ ਬੈਠੇ ਹੋ। ਆਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣਾ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਅਦਬ ਪਿਆਰ ਸਤਿਕਾਰ ਸਹਿਤ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮਹਾਰਾਜ ਜੀ ਨੇ ਆਉਣਾ ਕੀਤਾ। ਅਨੇਕਾਂ ਜਗਿਆਸੂ ਜਿਹੜੇ ਸਨ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਜੀ ਦਾਨ ਦੇਣਾ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚਮੁੱਚ ਵਿਦਵਾਨ ਕਹਿੰਦੇ ਸੀ ਕਿ ਆਨੰਦਪੁਰ ਦੀ ਜਿਹੜੀ ਧਰਤੀ ਹੈ ਇਹ ਆਨੰਦਾਂ ਦਾ ਘਰ ਬਣ ਗਿਆ, ਆਨੰਦ ਦਾ ਇੱਥੇ ਟਿਕਾਣਾ ਹੋ ਗਿਆ ਹੈ। ਇਹ ਧਰਤੀ ਜਿਹੜੀ ਹੈ ਇਹ ਤਪਦੇ ਹੋਏ ਹਿਰਦਿਆਂ ਨੂੰ ਉਹਨਾਂ ਨੂੰ ਠੰਡਿਆਂ ਕਰਦੀ ਹੈ। ਇਹ ਸੜਦੇ ਅਤੇ ਬਲਦੇ ਹਿਰਦਿਆਂ ਨੂੰ ਠਾਰਨ ਦਾ ਯਤਨ ਕਰਦੀ ਹੈ। ਕੋਈ ਵੀ ਜਗਿਆਸਾ ਲੈ ਕਰਕੇ ਆਉਂਦਾ ਹੈ, ਕਿਸੇ ਦਾ ਮਨ ਭਟਕਦਾ ਹੈ ਅਤੇ ਉਹਨੂੰ ਮਨ ਦੀ ਤਸੱਲੀ ਜਿਹੜੀ ਹੈ ਉਹ ਇਸ ਧਰਤੀ ਦੇ ਉੱਤੇ ਆ ਕੇ ਹੁੰਦੀ ਹੈ। ਅਤੇ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਲੈ ਕਰਕੇ ਉਹ ਆਪਣੇ ਫਿਰ ਘਰ ਨੂੰ ਪਰਤਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਸਮੇਂ 'ਤੇ ਫਿਰ ਅਨੇਕਾਂ ਜਿਹੜੇ ਸਨ ਸ਼ਰਧਾਲੂ
ਜਿਨ੍ਹਾਂ ਦੇ ਵਿੱਚ ਹਿੰਦੂ ਸਾਧੂ, ਮੁਸਲਮਾਨ ਫਕੀਰ ਜਿਹੜੇ ਨੇ ਤੇ ਬਹੁਤ ਸਾਰੇ ਜਗਿਆਸੂ ਸਿੱਖ ਜਿਹੜੇ ਸੀ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ। ਇਸੇ ਸਮੇਂ ਦੇ ਦੌਰਾਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਨਾਰਾਇਣ ਦਾਸ ਨਾਮ ਦਾ ਇੱਕ ਸਿੱਖ ਆਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਉਹਨੇ ਨਮਸਕਾਰ ਕੀਤੀ ਤੇ ਮਹਾਰਾਜ ਨੂੰ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ, ਸਾਡਾ ਜਿਹੜਾ ਮਨ ਹੈ ਨਾ ਉਹ ਧੰਦਿਆਂ ਦੇ ਵਿੱਚ ਫਸਿਆ ਹੈ। ਸਾਨੂੰ ਹੁਣ ਸਮਾਂ ਹੀ ਨਹੀਂ ਮਿਲਦਾ ਪਿਆ ਕਿ ਅਸੀਂ ਬੰਦਗੀ ਕਰ ਸਕੀਏ। ਮਨ ਜਿਹੜਾ ਹੈ ਹਮੇਸ਼ਾ ਅਸ਼ਾਂਤ ਰਹਿੰਦਾ ਹੈ। ਇਵੇਂ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਸਾਡੇ ਮਨ ਦੀ ਸ਼ਾਂਤੀ ਨੂੰ ਖੋਹ ਲਿਆ ਹੋਵੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹ ਬਚਨ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ, ਸਾਰੀ ਰਾਤ ਜਿਹੜੀ ਹੈ ਉਹ ਜਾਗਦਿਆਂ ਲੰਘ ਜਾਂਦੀ, ਨੀਂਦ ਅੱਖਾਂ ਦੇ ਵਿੱਚ ਕੋਈ ਨਹੀਂ ਪੈਂਦੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਪੁੱਛਦੇ ਨੇ ਨਾਰਾਇਣ ਦਾਸ, ਕਿਰਤ ਕੀ ਕਰਦੇ ਹੋ? ਕਹਿਣ ਲੱਗਾ, ਸੱਚੇ ਪਾਤਸ਼ਾਹ ਮਹਾਰਾਜ, ਮੈਂ ਖੇਤੀ ਦੀ ਕਿਰਤ ਕਰਦਾ, ਮੈਂ ਖੇਤੀਬਾੜੀ ਕਰਦਾ ਤੇ ਜਦੋਂ ਸਮਾਂ ਮਿਲਦਾ ਹੈ ਤੇ ਉਦੋਂ ਮੈਂ ਵਪਾਰ ਵੀ ਕਰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ, ਮੇਰੀ ਚਿੰਤਾ ਦਾ ਕਾਰਨ ਹੈ ਕਿ ਮੇਰੀ ਘਰ ਵਾਲੀ ਜਿਹੜੀ ਹੈ ਉਹਦਾ ਚਲਾਣਾ ਹੋ ਚੁੱਕਿਆ ਹੈ। ਮੇਰੇ 2 ਪੁੱਤਰ ਜਿਹੜੇ ਨੇ ਉਹ ਬਿਲਕੁਲ ਆਲਸੀ ਨੇ। ਮੈਂ ਘਰ ਵੀ ਬਣਾਇਆ, ਕਾਰੋਬਾਰ ਵੀ ਬਣਾਇਆ, ਪਰ ਮੈਂ ਦੇਖਿਆ ਕਿ ਮੇਰੇ ਬੱਚੇ ਜਿਹੜੇ ਨੇ ਉਹ ਸਾਰੀ ਰਾਤ ਆਲਸ ਦੀ ਨਿੰਦਰਾ ਦੇ ਵਿੱਚ ਸੁੱਤੇ ਰਹਿੰਦੇ ਨੇ ਤੇ ਮੇਰੇ ਮਨ ਦੇ ਵਿੱਚ ਇਹ ਚਿੰਤਾ ਰਹਿੰਦੀ ਹੈ ਕਿ ਜਿੰਨਾ ਧਨ ਦੌਲਤ ਮੈਂ ਇਕੱਠਾ ਕੀਤਾ, ਮਿਹਨਤ ਕਰਕੇ ਬਣਾਇਆ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਕੋਈ ਇਹਨੂੰ ਹੋਰ ਖੋਹ ਕੇ ਲੈ ਜਾਵੇ, ਕੋਈ ਸੰਨ ਲਾ ਕੇ ਲੈ ਜਾਵੇ। ਮੇਰੀ ਚਿੰਤਾ ਦਾ ਕਾਰਨ ਜਿਹੜਾ ਹੈ ਇਹ ਬਣਿਆ ਹੋਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਫਿਰ ਸਮਝਾਉਣਾ ਕੀਤਾ। ਕਹਿਣ ਲੱਗੇ, ਦੇਖੋ, ਜਿਸ ਵੇਲੇ ਇਨਸਾਨ ਜਿਹੜਾ ਹੈ ਉਹ ਆਪਣੇ ਫਰਜ਼ਾਂ ਨੂੰ ਪੂਰੀਆਂ ਕਰ ਲੈਂਦਾ ਹੈ, ਤੁਸੀਂ, ਤੁਹਾਡੇ ਪਰਿਵਾਰ ਸੀ, ਤੁਹਾਡੇ ਬੱਚੇ ਸੀ, ਤੁਸੀਂ ਉਹਨਾਂ ਦਾ ਪਾਲਣ ਪੋਸ਼ਣ ਕੀਤਾ, ਉਹ ਜਵਾਨ ਹੋਏ, ਪੜ੍ਹਾਇਆ ਲਿਖਾਇਆ। ਹੁਣ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਤੁਸੀਂ ਇਹ ਕਾਰੋਬਾਰ ਦਾ ਜਿਹੜਾ ਭਾਰ ਹੈ ਉਹ ਆਪਣੇ ਬੱਚਿਆਂ ਦੇ ਮੋਢਿਆਂ 'ਤੇ ਪਾਓ। ਬੱਚਿਆਂ ਦੇ ਮੋਢਿਆਂ 'ਤੇ ਕਾਰੋਬਾਰ ਦਾ ਭਾਰ ਪਾਉਣਾ ਕਰੋ ਤੇ ਆਪਣਾ ਜੀਵਨ ਜਿਹੜਾ ਹੈ ਹੁਣ ਧਰਮ ਦੇ ਲੇਖੇ ਵਿੱਚ ਲਾਓ, ਤਾਂ ਕਿ ਤੁਹਾਡੇ ਜੀਵਨ ਤੋਂ ਕਿਸੇ ਦੂਸਰੇ ਨੂੰ ਵੀ ਕੋਈ ਭਲਾ, ਕੋਈ ਉਹਦੇ ਜੀਵਨ ਦੇ ਵਾਸਤੇ ਕੋਈ ਤੁਸੀਂ ਉੱਦਮ ਕਰ ਸਕੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਵੇਲੇ ਸਾਰੰਗ ਰਾਗ ਦੇ ਅੰਦਰ ਪਾਵਨ ਸ਼ਬਦ ਜਿਹੜਾ ਹੈ ਉਹ ਉਚਾਰਨ ਕੀਤਾ। ਮਹਾਰਾਜ ਜੀ ਦੇ ਬਚਨ ਨੇ, ਕਹਾਂ ਨਰ ਆਪਣੋ ਜਨਮ ਗਵਾਵੇ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਕਿ ਹੇ ਮਨੁੱਖ, ਦੇਖ ਤੂੰ ਆਪਣੇ ਜਨਮ ਨੂੰ ਗਵਾਉਂਦਾ ਪਿਆ ਹੈ। ਹੇ ਨਰ, ਹੇ ਮਨੁੱਖ, ਕਿਉਂ ਤੂੰ ਆਪਣੇ ਜਨਮ ਨੂੰ ਗਵਾਈ ਜਾ ਰਿਹਾ ਹੈ? ਕਹਾਂ ਨਰ ਆਪਣੋ ਜਨਮ ਗਵਾਵੇ, ਮਾਇਆ ਮਦ ਵਿਖਿਆ ਰਸ ਰਚਿਓ, ਰਾਮ ਸਰਨ ਨਹੀਂ ਆਵੇ। ਮਾਇਆ ਦਾ ਨਸ਼ਾ ਤੈਨੂੰ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਾਇਆ ਮਦ ਵਿਖਿਆ ਰਸ ਰਚਿਓ। ਮਾਇਆ ਮਦ ਦੇ ਅਰਥ ਹੁੰਦੇ ਨੇ ਕਿ ਮਾਇਆ ਰੂਪੀ ਨਸ਼ਾ। ਮਦ ਦੇ ਅਰਥ ਵਿਦਵਾਨ ਸ਼ਰਾਬ ਨਸ਼ੇ ਦੇ ਵਾਸਤੇ ਵਰਤਦੇ ਨੇ। ਮਾਇਆ ਮਦ ਵਿਖਿਆ ਰਸ ਰਚਿਓ, ਤੇ ਵਿਖਿਆ ਦੇ ਅਰਥ ਹੁੰਦੇ ਨੇ ਜ਼ਹਿਰ, ਵਿਖਿਆ ਦੇ ਅਰਥ ਹੁੰਦੇ ਨੇ ਵਿਕਾਰ। ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਨੇ, ਇੱਕ ਪਾਸੇ ਜਿਹੜਾ ਹੈ ਤੈਨੂੰ ਧਨ ਦੌਲਤ ਦਾ ਨਸ਼ਾ ਹੈ, ਦੂਸਰੇ ਪਾਸੇ ਜਿਹੜਾ ਹੈ ਤੂੰ ਵਿਖਿਆ ਰਸ ਰਚਿਓ। ਵਿਖਿਆ ਜਿਹੜੀ ਹੈ, ਵਿਕਾਰ ਜਿਹੜੇ ਨੇ ਉਹ ਤੈਨੂੰ ਚੰਗੇ ਲੱਗਦੇ ਨੇ। ਮਹਾਰਾਜ ਕਹਿੰਦੇ ਨੇ ਕਿ ਰਾਮ ਸਰਨ ਨਹੀਂ ਆਵੇ। ਹੁਣ ਦੇਖੋ, ਜੀਵਨ ਦਾ ਮਨੋਰਥ ਤਾਂ ਇਹ ਸੀ ਕਿ ਜ਼ਿੰਦਗੀ ਦੇ ਵਿੱਚ ਸ਼ੁਭ ਕਰਮ ਕਰਦਾ, ਚੰਗੇ ਗੁਣ ਇਕੱਠੇ ਕਰਦਾ ਤੇ ਉਹਨਾਂ ਗੁਣਾਂ ਦੇ ਆਸਰੇ ਤੇ ਕਿਸੇ ਦੂਸਰੇ ਦਾ ਭਲਾ ਹੋ ਸਕਦਾ। ਪਰ ਮਹਾਰਾਜ ਕਹਿੰਦੇ ਨੇ ਤੂੰ ਆਪਣਾ ਜਨਮ ਗਵਾ ਲਿਆ। ਤੇ ਜਨਮ ਕਿਵੇਂ ਗਵਾਇਆ? ਮਾਇਆ ਮਦ ਵਿਖਿਆ ਰਸ ਰਚਿਓ। ਮਾਇਆ ਦਾ ਹੰਕਾਰ ਕੀਤਾ, ਮਾਇਆ ਦੇ ਨਸ਼ੇ ਵਿੱਚ ਰਿਹਾ। ਦੂਸਰਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਵਿਕਾਰ ਤੇਰੇ ਜੀਵਨ ਦਾ ਹਿੱਸਾ ਬਣ ਗਏ, ਰਾਮ ਸਰਨ ਨਹੀਂ ਆਵੇ। ਤੂੰ ਕਿਤੇ ਮਨ ਦੇ ਵਿੱਚ ਇਹ ਵਿਚਾਰ ਨਹੀਂ ਕੀਤੀ ਕਿ ਮੈਨੂੰ ਪਰਮਾਤਮਾ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ, ਮੇਰਾ ਜੀਵਨ ਲੰਘਦਾ ਪਿਆ ਹੈ ਤੇ ਇਹ ਜੀਵਨ ਸਫਲਾ ਕਿਵੇਂ ਹੋਵੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਹ ਸੰਸਾਰ ਸਗਲ ਹੈ ਸੁਪਨੋ, ਦੇਖ ਕਹਾਂ ਲੋਭਾਵੇ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਨਾਰਾਇਣ ਦਾਸ, ਇਹ ਜਿਹੜਾ ਸੰਸਾਰ ਤੁਸੀਂ ਦੇਖਦੇ ਪਏ ਹੋ ਇਹ ਸੁਪਨੇ ਦੇ ਸਮਾਨ ਹੈ। ਇਹ ਸੰਸਾਰ ਸਗਲ ਹੈ ਸੁਪਨੋ, ਇਹ ਸੁਪਨੇ ਸਮਾਨ ਸੰਸਾਰ ਹੈ
ਜਨਮ ਸਤਿਗੁਰੂ ਮਹਾਰਾਜ ਕਹਿੰਦੇ ਤੇਰਾ ਵਿਅਰਥ ਜਾਂਦਾ ਪਿਆ ਹੈ, ਕਿਉਂਕਿ ਤੂੰ ਸੁਪਨਿਆਂ ਦੇ ਪਿੱਛੇ ਲੱਗ ਖਲੋਤਾ ਹੈ। ਸਤਿਗੁਰੂ ਮਹਾਰਾਜ ਜੀ ਬਚਨ ਕਹੇ, ਕਹਿਣ ਲੱਗੇ ਦੇਖ ਕਹਾਂ ਲੁਭਾਵੇ। ਵੇਖੋ ਕਹਿੰਦੇ ਇਨਸਾਨ ਦੀ ਹਾਲਤ, ਜਿਹੜੀ ਚੀਜ਼ ਸੁਪਨਾ ਹੈ ਤੇ ਸੁਪਨੇ ਸੇਤੀ ਚਿੱਤ। ਮਹਾਰਾਜ ਕਹਿੰਦੇ ਨੇ ਜਿਹੜਾ ਮਨਮੁਖ ਦੀ ਨਿਸ਼ਾਨੀ ਹੈ ਇਹ ਗੁਰਮੁਖਤਾ ਹੀ ਨਹੀਂ ਕਿ ਸੁਪਨੇ ਦੇ ਨਾਲ ਚਿੱਤ ਜੋੜ ਕੇ ਬੈਠ ਜਾਏ। ਸੁਪਨੇ ਦੇ ਨਾਲ ਮਨ ਜੋੜ ਲਿਆ, ਸੁਪਨੇ ਦੇ ਨਾਲ ਜਿਹੜਾ ਸੀ ਉਹ ਆਪਣਾ ਅੰਦਰ ਨੂੰ ਜੋੜ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦੇਖ ਕਹਾਂ ਲੁਭਾਵੇ। ਕਿਉਂ ਐਵੇਂ ਲੁਭਾਏ ਮਾਨ ਹੋਈ ਜਾ ਰਿਹਾ ਹੈ, ਕਿਉਂ ਐਵੇਂ ਇਸ ਚੱਕਰ ਦੇ ਵਿੱਚ ਫਸਿਆ ਹੋਇਆ ਹੈ ਕਿ ਜੋ ਤੈਨੂੰ ਦਿਸਦਾ ਪਿਆ ਹੈ ਇਹ ਹਮੇਸ਼ਾ ਰਹਿਣਾ ਹੈ। ਅੱਗੇ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜੋ ਉਪਜੈ ਸੋ ਸਗਲ ਬਿਨਾਸੇ, ਰਹਿਨ ਨ ਕੋ ਪਾਵੈ। ਹੁਣ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਸੰਸਾਰ ਦੀ ਜਿਹੜੀ ਮਿਥਿਆ ਹਾਲਤ ਹੈ, ਮਹਾਰਾਜ ਕਹਿੰਦੇ ਨੇ ਕਿ ਜੋ ਉਪਜੈ ਸੋ ਸਗਲ ਬਿਨਾਸੇ। ਜਿਹੜੀ ਚੀਜ਼ ਉਪਜਦੀ ਹੈ, ਜਿਹੜੀ ਚੀਜ਼ ਪੈਦਾ ਹੁੰਦੀ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੋ ਸਗਲ ਬਿਨਾਸੈ। ਉਹ ਹਰ ਚੀਜ਼ ਨੇ ਬਿਨਸ ਜਾਣਾ ਹੈ, ਰਹਿਨ ਨਾ ਕੋ ਪਾਵੇ। ਤੇ ਇਹ ਸੰਸਾਰ ਇਵੇਂ ਹੈ ਕਿ ਇਸ ਜਗਤ ਵਿੱਚ ਕਿਸੇ ਨੇ ਪੱਕਾ ਰਹਿਣਾ ਨਹੀਂ। ਇੱਥੇ ਜਿਹੜਾ ਆਇਆ ਹੈ ਉਹਨੇ ਜਾਣਾ ਪੈਣਾ ਹੈ, ਰਹਿਨ ਨਾ ਕੋ ਪਾਵੇ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਿਥਿਆ ਤਨ ਸਾਚੋ ਕਰ ਮਾਨਿਓ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਕਹਿੰਦੇ ਨੇ ਇਹ ਸਰੀਰ ਵੀ ਮਿਥਿਆ ਹੈ, ਇਹ ਜਗਤ ਵੀ ਮਿਥਿਆ ਹੈ, ਇਹ ਸੰਸਾਰ ਸਗਲ ਹੈ ਸੁਪਨੋ। ਤੇ ਮਹਾਰਾਜ ਕਹਿੰਦੇ ਕੱਲਾ ਸੰਸਾਰ ਸੁਪਨਾ ਨਹੀਂ, ਮਹਾਰਾਜ ਕਹਿੰਦੇ ਨੇ ਮਿਥਿਆ ਤਨ ਸਾਚੋ ਕਰ ਮਾਨਿਓ। ਝੂਠੇ ਸਰੀਰ ਨੂੰ ਤੂੰ ਸੱਚ ਕਰਕੇ ਜਾਣ ਲਿਆ। ਤੈਨੂੰ ਇਹ ਯਕੀਨ ਹੀ ਨਹੀਂ ਮਨ ਦੇ ਵਿੱਚ ਹੋਇਆ ਕਿ ਇਹ ਸਰੀਰ ਬਿਨਸਨਹਾਰ ਹੈ, ਇਹਨੇ ਚਲੇ ਜਾਣਾ ਹੈ, ਇਹਨੇ ਨਸ਼ਟ ਹੋ ਜਾਣਾ ਹੈ। ਮਹਾਰਾਜ ਕਹਿੰਦੇ ਨੇ ਕਿ ਇਹ ਸਰੀਰ ਨੂੰ ਤੂੰ ਝੂਠੇ ਨੂੰ ਸੱਚ ਕਰਕੇ ਜਾਣ ਲਿਆ। ਮਹਾਰਾਜ ਜੀ ਕਹਿੰਦੇ ਨੇ ਕਿ ਸੱਚਾ ਕੇਵਲ ਪਰਮਾਤਮਾ ਦਾ ਨਾਮ ਹੈ, ਬਾਕੀ ਪਰਮਾਤਮਾ ਦੇ ਨਾਮ ਤੋਂ ਬਗੈਰ ਜੋ ਕੁਝ ਦਿਸਦਾ ਹੈ ਉਹ ਬਿਨਸਨਹਾਰ ਹੈ। ਸਤਿਗੁਰ ਮਹਾਰਾਜ ਕਹਿੰਦੇ ਨੇ ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਬਿਦ ਆਪ ਬੰਧਾਵੇ। ਤੇ ਇਹਨਾਂ ਇਹ ਸੋਚਾਂ ਦੇ ਵਿੱਚ ਮਹਾਰਾਜ ਕਹਿੰਦੇ ਨੇ ਆਪਣੇ ਆਪ ਨੂੰ ਤੂੰ, ਵਿਚਾਰਾਂ ਦੇ ਵਿੱਚ ਆਪਣੇ ਆਪ ਨੂੰ ਤੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਕਿ ਅਸਲ ਦੇ ਵਿੱਚ ਜਿਹੜਾ ਮੁਕਤ ਹੈ ਨਾ, ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ, ਜਿਹੜਾ ਚਿੰਤਾਵਾਂ ਤੋਂ ਮੁਕਤ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਮੁਕਤ ਹੁੰਦਾ ਹੈ ਜਿਹੜਾ ਰਾਮ ਭਜਨ ਚਿਤ ਲਾਵੇ। ਪਰਮਾਤਮਾ ਦੇ ਨਾਮ ਤੋਂ ਬਗੈਰ ਮਹਾਰਾਜ ਕਹਿੰਦੇ ਨੇ ਚਿੰਤਾ ਤੋਂ ਖਹਿੜਾ ਨਹੀਂ ਛੁੱਟੇਗਾ। ਪਰਮਾਤਮਾ ਦੇ ਨਾਮ ਤੋਂ ਬਗੈਰ ਸਤਿਗੁਰ ਮਹਾਰਾਜ ਕਹਿੰਦੇ ਨੇ ਮਨ ਜਿਹੜਾ ਹੈ ਉਹ ਸ਼ਾਂਤ ਨਹੀਂ ਹੋਵੇਗਾ, ਮਨ ਜਿਹੜਾ ਉਹ ਹਮੇਸ਼ਾ ਹੀ ਅਸ਼ਾਂਤ ਰਹੇਗਾ। ਇਸ ਕਰਕੇ ਮਹਾਰਾਜ ਨੇ ਉੱਥੇ ਫਿਰ ਨਾਰਾਇਣ ਦਾਸ ਨੂੰ ਕਹਿਣਾ ਕੀਤਾ, ਕਹਿਣ ਲੱਗੇ ਕਿ ਦੇਖੋ ਤੁਹਾਡਾ ਜਿਤਨਾ ਫਰਜ਼ ਸੀ ਆਪ ਨੇ ਉਨਾ ਪੂਰਾ ਕੀਤਾ। ਤੁਸੀਂ ਹੁਣ ਆਪਣੇ ਮੋਹ ਨੂੰ ਹੀ ਫਰਜ਼ ਸਮਝ ਕੇ ਬੈਠ ਕੇ ਹੋ। ਤੁਸੀਂ ਸੋਚਦੇ ਹੋ ਕਿ ਇਹ ਮੋਹ ਜਿਹੜਾ ਹੈ, ਪਰਿਵਾਰਕ ਮੋਹ, ਬੱਚਿਆਂ ਦਾ ਮੋਹ, ਕਿ ਮੈਂ ਇਹਨਾਂ ਦੇ ਵਾਸਤੇ ਸਾਰਾ ਕੁਝ ਕਰਨਾ ਹੈ। ਮਹਾਰਾਜ ਕਹਿੰਦੇ ਨੇ ਇਹ ਮੋਹ ਨੂੰ ਤੁਸੀਂ ਹੁਣ ਫਰਜ਼ ਸਮਝਦੇ ਪਏ ਹੋ। ਹਾਲਾਂਕਿ ਹੁਣ ਜਿਹੜੇ ਫਰਜ਼ ਨੇ ਉਹ ਤੁਹਾਡੇ ਬੱਚਿਆਂ ਦੇ ਨੇ, ਤੁਹਾਡੇ ਪੁੱਤਰਾਂ ਦੇ ਨੇ, ਉਹਨਾਂ ਦਾ ਹੈ ਅਗਲਾ ਕਰਮ ਕਿ ਉਹ ਕਿਵੇਂ ਕਾਰੋਬਾਰ ਨੂੰ ਚਲਾਉਂਦੇ ਨੇ। ਤੁਹਾਡੀ ਹੁਣ ਲੋੜ ਜਿਹੜੀ ਹੈ ਉਹ ਧਰਮ ਨੂੰ ਹੈ। ਤੁਸੀਂ ਆਪਣੀ ਜ਼ਿੰਮੇਵਾਰੀਆਂ ਨਿਭਾ ਚੁੱਕੇ ਹੋ। ਹੁਣ ਯਤਨ ਕਰੋ ਕਿ ਤੁਸੀਂ ਧਰਮ ਕਮਾ ਸਕੋ, ਧਰਮ ਦੇ ਕਾਰਜ ਕਰ ਸਕੋ, ਕਿਸੇ ਦੇ ਕੰਮ ਆ ਸਕੋ, ਕਿਸੇ ਦਾ ਜੀਵਨ ਸਵਾਰ ਸਕੋ। ਸੱਚੇ ਪਾਤਸ਼ਾਹ ਮਹਾਰਾਜ ਨੇ ਨਾਰਾਇਣ ਦਾਸ ਦੇ ਉੱਪਰ ਕਿਰਪਾ ਕੀਤੀ। ਉਹਨ ਪਾਵਨ ਸ਼ਬਦ ਦੇ ਰਾਹੀਂ ਮਹਾਰਾਜ ਜੀ ਨੇ ਬਖਸ਼ਿਸ਼ ਕਰਨਾ ਕੀਤੀ। ਉੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇੱਕ ਸਿੱਖ ਨੇ ਪ੍ਰਸ਼ਨ ਕੀਤਾ, ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਕਿ ਦੇਖੋ ਧਾਰਮਿਕ ਪੁਸਤਕਾਂ ਜਿਹੜੀਆਂ ਨੇ, ਧਾਰਮਿਕ ਗ੍ਰੰਥ ਜਿਹੜੇ ਨੇ, ਕਿ ਉਹ ਜਿਵੇਂ ਕਹਿੰਦੇ ਨੇ ਕਿ ਲੋਕ ਉਵੇਂ ਕਰਮ ਵੀ ਕਮਾਉਂਦੇ ਨੇ, ਜਿਵੇਂ ਉਹ ਧਰਮ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਕਿਹੜਾ ਧਰਮ, ਕਿਹੜਾ ਕੰਮ ਕਿਵੇਂ ਕਰਨਾ ਹੈ। ਬਿਲਕੁਲ ਕੁਝ ਲੋਕ ਜਿਹੜੇ ਨੇ ਉਸ ਰੀਤੀ ਦੇ ਅਨੁਸਾਰ ਹੀ ਜਿਹੜਾ ਚੱਲਦੇ ਹਨ। ਤੇ ਮਹਾਰਾਜ ਅਸੀਂ ਉਹ ਕਰਦੇ ਵੀ ਹਾਂ, ਅਸੀਂ ਉਹਨਾਂ ਕਰਮਾਂ ਦੇ ਅਨੁਸਾਰ ਤੁਰਦੇ ਵੀ ਹਾਂ, ਪਰ ਫਿਰ ਵੀ ਇਵੇਂ ਲੱਗਦਾ ਹੈ ਕਿ ਸਾਰਾ ਕੁਝ ਕਰਨ ਤੋਂ ਬਾਅਦ ਵਿੱਚ ਵੀ ਕੁਝ ਪ੍ਰਾਪਤੀ ਨਹੀਂ ਹੋਈ। ਕਰਮ ਕੀਤੇ, ਧਰਮ ਗ੍ਰੰਥ ਪੜ੍ਹੇ, ਉਹਨਾਂ ਦੇ ਅਨੁਸਾਰ ਕਰਮ ਕੀਤੇ,
ਤੇ ਸੱਚੇ ਪਾਤਸ਼ਾਹ ਮਹਾਰਾਜ ਇਹ ਕਰਨ ਤੋਂ ਬਾਅਦ ਵਿੱਚ ਵੀ ਇਉਂ ਕਿਉਂ ਲੱਗਦਾ ਹੈ ਕਿ ਸਾਨੂੰ ਜਿਹੜੀ ਹੈ ਉਹ ਪ੍ਰਾਪਤੀ ਕੁਝ ਕਿਉਂ ਨਹੀਂ ਹੋਈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ, ਕਹਿਣ ਲੱਗੇ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ, ਜਦ ਮਨ ਹੀ ਭਰਮ ਤੇ ਅੰਧੇਰੇ ਵਿੱਚ ਫਸਿਆ ਹੋਵੇ। ਜਿੱਥੇ ਮਨ ਜਿਹੜਾ ਹੈ ਉਹ ਭਰਮ ਦੇ ਵਿੱਚ ਹੈ, ਉਹ ਅੰਧੇਰੇ ਦੇ ਵਿੱਚ ਹੈ, ਹਨੇਰਾ ਅਗਿਆਨਤਾ ਦਾ ਇਹ ਭਰਮ ਦੇ ਵਿੱਚ ਭਟਕਦਾ ਪਿਆ ਹੈ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਫਿਰ ਇਹ ਜਿਹੜੇ ਕਰਮ ਅਸੀਂ ਦੇਖਦੇ ਆ ਨਾ ਕਰਦੇ ਹੋਏ, ਇਹ ਕਰਮ ਕੇਵਲ ਪਖੰਡ ਬਣ ਸਕਦੇ ਆ, ਕੇਵਲ ਕਰਮ ਕਾਂਡ ਬਣ ਸਕਦੇ ਆ, ਕੇਵਲ ਬਾਹਰੀ ਤੌਰ ਤੇ ਹੋ ਸਕਦੇ ਨੇ। ਪਰ ਇਹਨਾਂ ਦਾ ਲਾਭ ਤੇ ਉਸ ਦਿਨ ਪ੍ਰਾਪਤ ਹੁੰਦਾ ਏ ਜਦੋਂ ਅਸੀਂ ਆਪਣੇ ਮਰਮ ਦੇ ਵਿੱਚੋਂ, ਆਪਣੇ ਹਿਰਦੇ ਦੇ ਵਿੱਚੋਂ ਭਰਮ ਤੇ ਅੰਧੇਰੇ ਨੂੰ, ਹਨੇਰੇ ਨੂੰ, ਅਗਿਆਨਤਾ ਨੂੰ ਕੱਢ ਦਈਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਦਿਨ ਰਾਤ ਸੰਸਾਰੀ ਝਮੇਲੇ ਚੱਲਦੇ ਨੇ, ਤੇ ਇਹ ਜਿਹੜੇ ਸੰਸਾਰੀ ਝਮੇਲੇ ਹਨ, ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਇਹ ਧਿਆਨ ਨੂੰ ਖਿੱਚਦੇ ਪਏ ਹਨ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿ ਇਹ ਸਾਰਾ ਸੰਸਾਰ ਜਿਹੜਾ ਹੈ ਨਾ ਇਹ ਭਰਮ ਦੇ ਵਿੱਚ ਹੀ ਭਟਕਦਾ ਫਿਰਦਾ ਹੈ। ਰਾਮ ਨਾਮ ਕਾ ਸਿਮਰਨ ਛੋੜਿਆ, ਜਿਹੜਾ ਤਾਂ ਕਰਮ ਕਰਨ ਵਾਲਾ ਸੀ, ਬੰਦਗੀ ਕਰਨੀ ਚਾਹੀਦੀ ਸੀ, ਸਿਮਰਨ ਚੇਤੇ ਕਰਨਾ ਚਾਹੀਦਾ ਸੀ ਰੱਬ ਨੂੰ, ਉਹ ਨਹੀਂ ਕੀਤਾ। ਕੇਵਲ ਜਿਹੜੇ ਧਰਮ ਗ੍ਰੰਥ ਕੁਝ ਸਨ ਉਹਨਾਂ ਦੇ ਮੁਤਾਬਕ ਜਿਹੜਾ ਹੈ ਆਪਣੇ ਆਪ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਮੁਤਾਬਕ ਜਿਹੜਾ ਸੀ ਸੋਚ ਲਿਆ ਕਿ ਸ਼ਾਇਦ ਇਹੀ ਧਰਮ ਨੇ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਇਹ ਭਰਮ ਦੇ ਵਿੱਚ ਪਿਆ ਹੈ, ਤੂੰ ਧਰਮ ਦੇ ਵਿੱਚ ਨਹੀਂ ਪਿਆ। ਭਰਮ ਤੇ ਧਰਮ ਦੇ ਵਿੱਚ ਫਰਕ ਹੈ। ਅਸੀਂ ਭਰਮ ਦੇ ਵਿੱਚ ਕਰਮ ਕਰਦੇ ਪਏ ਹਾਂ, ਤੇ ਮਹਾਰਾਜ ਕਹਿੰਦੇ ਨੇ ਭਰਮ ਦੇ ਵਿੱਚ ਨਹੀਂ ਕਰਮ ਕਰਨੇ, ਧਰਮ ਦੇ ਵਿੱਚ ਕਰਨੇ ਹਨ, ਧਰਮ ਦੇ ਅਨੁਸਾਰ ਹੀ ਉਹ ਕਰਕੇ ਕਰਨੇ ਨੇ। ਅਸੀਂ ਧਰਮੀ ਨਹੀਂ ਬਣ ਰਹੇ, ਅਸੀਂ ਭਰਮੀ ਬਣਦੇ ਪਏ ਹਾਂ, ਭਰਮ ਦੇ ਵਿੱਚ ਜਿਉਂਦੇ ਪਏ ਹਾਂ। ਮਹਾਰਾਜ ਜੀ ਕਿਰਪਾ ਕੀਤੀ, ਕਹਿੰਦੇ ਨੇ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਇਹ ਮਨ ਜਿਹੜਾ ਹੈ ਨਾ, ਧੰਨ ਗੁਰੂ ਤੇਗ ਬਹਾਦਰ ਕਹਿੰਦੇ ਨੇ ਇਹ ਮਾਇਆ ਨੇ ਇਹਨੂੰ ਖਰੀਦ ਲਿਆ ਹੈ। ਇਸ ਮਨ ਨੂੰ ਮਾਇਆ ਨੇ ਲੁੱਟ ਲਿਆ ਹੈ। ਮਨ ਮਾਇਆ ਦੇ ਅੱਗੇ ਵਿਕ ਗਿਆ ਹੈ। ਮਾਇਆ ਹੀ ਉਹਨੂੰ ਜਗਤ ਦਿਸਣ ਲੱਗ ਪਈ, ਮਾਇਆ ਹੀ ਉਹਨੂੰ ਸੰਸਾਰ ਦਿਸਦੀ ਏ, ਮਾਇਆ ਹੀ ਉਹਨੂੰ ਕਾਰੋਬਾਰ ਦਿਸਦੀ ਏ, ਮਾਇਆ ਨੂੰ ਹੀ ਉਹ ਧਰਮ ਸਮਝ ਕੇ ਬੈਠਾ ਹੈ। ਮਹਾਰਾਜ ਕਹਿੰਦੇ ਨੇ ਕਿ ਇਸ ਕਰਕੇ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਰਾਹ ਹੈ ਉਹ ਉਸ ਅੱਗੇ ਨਿਮਰ ਹੋ ਕੇ ਬੇਨਤੀ ਕਰਨੀ ਹੈ। ਪਰਮਾਤਮਾ ਦਾ ਉਹਦੀ ਪ੍ਰਾਪਤੀ ਹੋ ਜਾਣੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਉਸ ਪ੍ਰਾਪਤੀ ਦਾ ਜਿਹੜਾ ਰਾਹ ਕਿੱਥੇ ਚੱਲਦਾ ਹੈ। ਮਹਾਰਾਜ ਕਹਿੰਦੇ ਜਦੋਂ ਤੁਸੀਂ ਉਸ ਅੱਗੇ ਪਰਮਾਤਮਾ ਦੇ ਅੱਗੇ ਨਿਮਰ ਹੋ ਜਾਂਦੇ ਹੋ, ਜਦੋਂ ਤੁਸੀਂ ਆਪਾ ਭਾਵ ਤਿਆਗ ਕੇ ਤੇ ਉਹਦੇ ਅੱਗੇ ਸਮਰਪਣ ਹੋ ਜਾਂਦੇ ਹੋ, ਮਹਾਰਾਜ ਕਹਿੰਦੇ ਨੇ ਫਿਰ ਜਦੋਂ ਨਿਮਰ ਹੋ ਕਰਕੇ ਬੇਨਤੀ ਕਰੀਦੀ ਏ ਤੇ ਬੇਨਤੀ ਕਰਨ ਤੇ ਬੰਦਾ ਕਹਿੰਦਾ ਹੈ ਨਾ ਇਨਸਾਨ, ਜਨ ਨਾਨਕ ਮੈਂ ਨਾਹੀ ਕੋ ਗੁਣ ਰਾਖ ਲਿਹੋ ਸਰਨਾਈ, ਕਿ ਇਹ ਮਾਲਕ ਸਾਡੇ ਵਿੱਚ ਗੁਣ ਕੋਈ ਨਹੀਂ, ਅਸੀਂ ਤਾਂ ਔਗਣਾਂ ਦੇ ਭਰੇ ਹੋਏ ਹਾਂ। ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਕਿਰਪਾ ਕਰੋ, ਜਨ ਨਾਨਕ ਮੈਂ ਨਾਹੇ ਕੋ ਗੁਣ, ਤੁਹਾਡਾ ਇਹ ਬਿਰਧ ਹੈ, ਤੁਹਾਡਾ ਇਹ ਸੁਭਾਵ ਹੈ, ਰਾਖ ਲਿਹੋ ਸਰਨਾਈ। ਤੁਸੀਂ ਤਾਂ ਸ਼ਰਨ ਦੇ ਵਿੱਚ ਕੋਈ ਵੀ ਤੁਹਾਡੀ ਵਿੱਚ ਆ ਜਾਏ, ਭਾਵੇਂ ਉਹਦਾ ਜਨਮ ਜਿਹੜਾ ਹੈ, ਜੀਵਨ ਜਿਹੜਾ ਹੈ ਉਹ ਕਿੰਨਾ ਮਰਜ਼ੀ ਵਿਕਾਰਾਂ ਦੇ ਵਿੱਚ ਫਸਿਆ ਹੋਵੇ, ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਸ਼ਰਨ ਆਏ ਨੂੰ ਰੱਖ ਲੈਂਦੇ ਹੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਥਾਏ ਤੇ ਪਾਠ ਸਾਹਿਬਾਨਾਂ ਦੇ ਅਸੀਂ ਬਚਨ ਪੜ੍ਹਦੇ ਹਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀ ਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਕਿ ਸ਼ਰਨ ਆਏ ਨੂੰ ਤੁਸੀਂ ਰੱਖ ਲੈਂਦੇ ਹੋ। ਜਿਹੜਾ ਤੁਹਾਡੀ ਸ਼ਰਨ ਵਿੱਚ ਆਉਂਦਾ ਹੈ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਮਹਾਰਾਜ ਜਿਸ ਦਿਨ ਦੀ ਤੁਹਾਡੀ ਸ਼ਰਨ ਲਈ ਹੈ, ਜਿਸ ਦਿਨ ਦਾ ਤੁਹਾਡਾ ਆਸਰਾ ਲਿਆ ਹੈ, ਭਰੋਸਾ ਮਿਲਿਆ ਹੈ, ਸੱਚੇ ਪਾਤਸ਼ਾਹ ਮਹਾਰਾਜ ਉਸ ਦਿਨ ਤੋਂ ਹੁਣ ਦੂਸਰਿਆਂ ਦੀਆਂ ਆਸਾਂ ਰੱਖਣੀਆਂ ਮੈਂ ਛੱਡ ਦਿੱਤੀਆਂ ਹਨ। ਸਤਿਗੁਰੂ ਮਹਾਰਾਜ ਜੀ ਦੇ
ਬਾਣੀ ਚੋਂ ਬਚਨ ਪੜ੍ਹਦੇ ਹਾਂ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਹੇ ਪਾਤਸ਼ਾਹ, ਹੇ ਅਕਾਲ ਪੁਰਖ, ਮੈਂ ਤੇਰਾ ਆਸਰਾ ਲਿਆ, ਤੇਰਾ ਭਰੋਸਾ ਰੱਖਿਆ। ਤੇ ਮਹਾਰਾਜ ਇੰਨਾ ਭਰੋਸਾ ਤੇਰਾ ਰੱਖਿਆ ਕਿ ਜਿਵੇਂ ਕੋਈ ਪਹਾੜ ਦਾ ਆਸਰਾ ਲੈ ਲਵੇ, ਤੇ ਜਿਹੜਾ ਪਹਾੜ ਦਾ ਆਸਰਾ ਲੈ ਲੈਂਦਾ ਏ ਉਹ ਫਿਰ ਤਿਨਕੇ ਤੇ ਟਾਹਣੀਆਂ ਤੇ ਚੱਲਣ ਵਾਲਿਆਂ ਵਾਂਗੂ ਫਿਰ ਡੋਲਦਾ ਨਹੀਂ। ਹੁਣ ਜਿਹ ਡਾਲੀ ਭਗਤਨੋਂ ਤਿਹ ਤਿਹ ਮੁਰ ਜਾਏ। ਕਬੀਰ ਸਾਹਿਬ ਕਹਿੰਦੇ ਨੇ ਕਈ ਇਨਸਾਨ ਕੇਵਲ ਕੱਚੀਆਂ ਤੇ ਕਮਜ਼ੋਰ ਟਾਹਣੀਆਂ ਦਾ ਆਸਰਾ ਲੈਂਦੇ ਨੇ, ਫਿਰ ਜਦੋਂ ਉੱਤੇ ਜਾਣ ਦੀ ਵਾਰੀ ਆਉਂਦੀ ਏ, ਜਦੋਂ ਕਿਤੇ ਤਰੱਕੀ ਕਰਨ ਦੀ ਗੱਲ ਆਉਂਦੀ ਏ, ਜਾਂ ਜਦੋਂ ਕਿਤੇ ਜੀਵਨ ਨੂੰ ਸਫਲਾ ਕਰਨ ਦੀ ਗੱਲ ਆਉਂਦੀ ਹੈ, ਤੇ ਉਹ ਕੱਚੀਆਂ ਟਾਹਣੀਆਂ ਇਵੇਂ ਸਾਥ ਛੱਡਦੀਆਂ ਨੇ ਕਿ ਜਿਹੜੀ ਟਾਹਣੀ ਤੇ ਪੈਰ ਰੱਖਿਆ ਉਹੀ ਟਾਹਣੀ ਜਿਹੜੀ ਹੈ ਉਹ ਮੁੜ ਕੇ ਟੁੱਟ ਗਈ। ਮਹਾਰਾਜ ਪਾਤਸ਼ਾਹ ਇਸ ਕਰਕੇ ਕਹਿੰਦੇ ਹਨ ਕਿ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ, ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਹੜਾ ਤੇਰੀ ਸ਼ਰਨ ਵਿੱਚ ਆਉਂਦਾ ਹੈ, ਜਨ ਨਾਨਕ ਮੈਂ ਨਾਹੀ ਕੋ ਗੁਣ, ਰਾਖ ਲਿਹੋ ਸਰਨਾਈ। ਹੇ ਸੱਚੇ ਪਾਤਸ਼ਾਹ, ਜਿਹੜਾ ਤੁਹਾਡੀ ਸ਼ਰਨ ਵਿੱਚ ਆਇਆ, ਆਪ ਜੀ ਨੇ ਉਹਨੂੰ ਰੱਖ ਲਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਨੇ ਫਿਰ ਇਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਅੰਦਰ ਬਹੁਤ ਸਾਰੇ ਜਗਿਆਸੂ ਆਉਂਦੇ ਨੇ, ਜਿਨ੍ਹਾਂ ਤੇ ਸਤਿਗੁਰੂ ਮਹਾਰਾਜ ਜਿਹੜਾ ਕਿਰਪਾ ਦ੍ਰਿਸ਼ਟੀ ਕਰਦੇ ਹਨ ਤੇ ਉਹਨਾਂ ਨੂੰ ਅਸਲ ਜੀਵਨ ਜਾਚ ਜਿਹੜੀ ਹੈ ਉਹ ਸਿਖਾਉਣਾ ਕਰਦੇ ਆ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਇੱਕ ਦਿਨ ਸਤਲੁਜ ਦੇ ਕੰਢੇ ਤੇ ਸੈਰ ਕਰਦੇ ਪਏ ਨੇ। ਸਤਲੁਜ ਦੇ ਕੰਢੇ ਤੇ ਟਹਿਲਦਿਆਂ ਹੋਇਆਂ ਸਤਿਗੁਰੂ ਮਹਾਰਾਜ ਇੱਕ ਬ੍ਰਾਹਮਣ ਨੂੰ ਦੇਖਦੇ ਆ ਕਿ ਬ੍ਰਾਹਮਣ ਜਿਹੜਾ ਹੈ ਉਹ ਅਰਚਾ ਪੂਜਾ ਦੇ ਵਿੱਚ ਲੱਗਿਆ ਹੋਇਆ ਹੈ। ਅਰਚਾ ਪੂਜਾ ਤੋਂ ਭਾਵ ਹੁੰਦਾ ਸੀ ਕਿ ਪਾਣੀ ਦੇ ਵਿੱਚ ਕੁਝ ਫੁੱਲ ਪਾ ਲੈਣੇ, ਕੁਝ ਪੱਤੀਆਂ ਪਾ ਲੈਣੀਆਂ, ਕੇਸਰ ਪਾ ਦੇਣਾ, ਉਹਦੇ ਵਿੱਚ ਕੁਝ ਚੰਦਨ ਰਗੜ ਕੇ ਰੱਖ ਲੈਣਾ, ਨਾਲ ਉਹਦੇ ਵਿੱਚ ਕੁਝ ਚੌਲ ਪਾ ਲੈਣੇ, ਤੇ ਜਿਹੜਾ ਆਪਣਾ ਇਸ਼ਟ ਹੋਣਾ, ਜਿੰਦੀ ਉਹਨੇ ਪੂਜਾ ਕਰਨੀ, ਉਹਦੇ ਉੱਪਰ, ਉਹਦੇ ਸਰੀਰ ਦੇ ਉੱਪਰ ਜਿਹੜਾ ਸੀ ਉਹਨੂੰ ਅਰਚਾ ਬੰਦਨ ਨੂੰ ਉਸ ਪਾਣੀ ਦੇ ਵਿੱਚ ਪਾਏ ਹੋਏ ਫੁੱਲ ਫਲ ਪੱਤਿਆਂ ਇਤਿਆਦਿਕ ਨੂੰ ਉਹਨਾਂ ਨੇ ਚੜਾਉਣਾ ਕਰਨਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇਖਦੇ ਨੇ ਕਿ ਉਹ ਜਿਹੜਾ ਬ੍ਰਾਹਮਣ ਹੈ ਉਹ ਅਰਚਾ ਪੂਜਾ ਕਰ ਰਿਹਾ ਹੈ। ਤੇ ਮਹਾਰਾਜ ਟਹਿਲਦਿਆਂ ਹੋਇਆਂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਕੋਲ ਗਏ ਤੇ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਮਹਾਰਾਜ, ਆਪ ਤਾਂ ਅਕਾਲ ਪੁਰਖ ਦਾ ਸਰੂਪ ਹੋ, ਇਹ ਦੱਸੋ ਕਿ ਚਿਰ ਹੋ ਗਿਆ ਪਰ ਮਨ ਨੂੰ ਕਦੀ ਤਸੱਲੀ ਨਹੀਂ ਹੋਈ। ਮਨ ਇਹ ਸਾਰੇ ਹੀ ਕਰਮ ਕਰਦਾ ਪਿਆ ਹੈ, ਤੇ ਇਹ ਸਾਰੇ ਕਰਮ ਕਰਦਿਆਂ ਹੋਇਆਂ ਮਨ ਦੇ ਵਿੱਚ ਇਹ ਭਰੋਸਾ ਹੀ ਨਹੀਂ ਬਣਦਾ ਪਿਆ, ਮਨ ਨੂੰ ਇਹ ਤਸੱਲੀ ਨਹੀਂ ਹੁੰਦੀ ਪਈ ਕਿ ਜਿਹੜਾ ਕਰਮ ਮੈਂ ਕਰਦਾ ਪਿਆ ਹਾਂ, ਇਹ ਕਰਮ ਕਰਨ ਤੋਂ ਭਾਵ ਕੀ ਹੈ। ਮਹਾਰਾਜ ਸੱਚੇ ਪਾਤਸ਼ਾਹ, ਇਹ ਕਰਮ ਦਾ ਫਲ ਕੀ ਹੋਵੇਗਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਕਿ ਅਸਲ ਦੇ ਵਿੱਚ ਮਹਾਰਾਜ ਇਹ ਦੱਸੋ ਕਿ ਗਲਤੀ ਕਿੱਥੇ ਹੋ ਗਈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਕਿਉਂ ਇੰਨਾ ਸਮਾਂ ਲੱਗ ਗਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਉੱਥੇ ਕਿਰਪਾ ਕੀਤੀ, ਕਹਿਣ ਲੱਗੇ ਕਿ ਖਾਹਿਸ਼ ਪੂਰੀ ਹੋ ਜਾਂਦੀ ਇਨਸਾਨ ਦੀ, ਤੇ ਖਾਹਿਸ਼ ਜਿਸ ਦਿਨ ਪੂਰੀ ਹੁੰਦੀ ਹੈ ਉਸ ਦਿਨ ਵੀ ਜਿਹੜਾ ਹੈ ਇਨਸਾਨ ਸੋਚਦਾ ਹੈ ਕਿ ਨਹੀਂ ਅਜੇ ਤਸੱਲੀ ਨਹੀਂ ਹੋਈ, ਕਿਉਂਕਿ ਤ੍ਰਿਸ਼ਨਾ ਜਿਹੜੀ ਆ ਨਾ ਉਹ ਕਹਿੰਦੀ ਹੈ ਕਿ ਨਹੀਂ ਆ ਤੇ ਪੂਰੀ ਹੋ ਗਈ, ਪਰ ਇਹਦੇ ਨਾਲ ਵਿਦਵਾਨ ਲੋਕ ਕਹਿੰਦੇ ਨੇ ਇੱਕ ਖਾਹਿਸ਼ ਪੂਰੀ ਹੋਣ ਤੋਂ ਬਾਅਦ ਵਿੱਚ ਨਾਲ ਕਈ ਖਾਹਿਸ਼ਾਂ ਜਨਮ ਲੈ ਲੈਂਦੀਆਂ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇਸੇ ਕਰਕੇ ਹੀ ਮਨ ਨੂੰ ਤਸੱਲੀ ਨਹੀਂ ਹੁੰਦੀ, ਕਿਉਂਕਿ ਤ੍ਰਿਸ਼ਨਾ ਜਿਹੜੀ ਹੈ ਹੋਰ ਅੱਗੇ ਵੱਧਦੀ ਹੈ। ਮਹਾਰਾਜ ਕਹਿੰਦੇ ਨੇ ਇਵੇਂ ਜਿਵੇਂ ਬਾਲਪਨ ਹੈ, ਬਾਲਪਨ ਇਆਨੇਪਨ ਦੇ ਵਿੱਚ ਚਲੇ ਗਿਆ, ਜਵਾਨੀ ਮਸਤੀ ਦੇ ਵਿੱਚ ਚਲੇ ਗਈ, ਬੁਢਾਪੇ ਦੇ ਵਿੱਚ ਜਾ ਕੇ ਸਮਝ ਨਹੀਂ ਆਉਂਦੀ ਕਿ ਗਲਤੀ ਬਚਪਨ 'ਚ ਕੀਤੀ ਜਾਂ ਜਵਾਨੀ ਵਿੱਚ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ ਬਸ ਇਹੀ ਭਟਕਣਾ ਹੈ, ਇਹੀ ਇਨਸਾਨ ਦੇ ਅੰਦਰ ਕਮੀ ਹੈ, ਜਿੱਥੇ ਜਾ ਕੇ ਇਨਸਾਨ ਨੂੰ ਪਤਾ ਨਹੀਂ ਲੱਗਦਾ ਕਿ ਗਲਤੀ ਕਿੱਥੇ ਹੋਈ ਹੈ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਕਿਰਪਾ ਵੀ ਕੀਤੀ। ਮਹਾਰਾਜ ਜੀ ਨੇ ਕਹਿੰਦੇ ਨੇ ਪੂਜਾ ਅਰਚਾ ਜਿਹੜੀ ਹੈ ਉਹ ਬਾਹਰੀ ਕਰਮ ਨੇ, ਉਹਦੇ ਨਾਲ ਮਨ ਨਹੀਂ ਟਿਕਣਾ, ਪਰਮਾਤਮਾ ਨੂੰ ਹਿਰਦੇ ਵਿੱਚ ਮਹਿਸੂਸ ਕਰਦੇ ਰਹਿਣਾ ਹੀ ਅਸਲ ਦੇ ਵਿੱਚ ਤਸੱਲੀ ਹੈ। ਰਾਮਕਲੀ ਰਾਗ ਦੇ ਵਿੱਚ ਮਹਾਰਾਜ ਜੀ ਨੇ ਸ਼ਬਦ ਵੀ ਉਚਾਰਨ ਕੀਤਾ ਹੈ। ਆਪ ਸੰਗਤ ਸਤਿਗੁਰੂ ਮਹਾਰਾਜ ਕਿਰਪਾ ਕਰੇ, ਜੋ ਸ਼ਬਦ ਸਤਿਗੁਰੂ ਮਹਾਰਾਜ ਉਹਨੂੰ ਉਪਦੇਸ਼ ਰੂਪ ਦੇ ਵਿੱਚ ਦਿੰਦੇ ਨੇ, ਉਹਦੀ ਵਿਚਾਰ ਅਗਲੇ ਦੀਵਾਨ ਦੇ ਵਿੱਚ ਕਰਾਂਗੇ। ਅਰਦਾਸ ਕਰੀਏ, ਸਤਿਗੁਰੂ ਮਹਾਰਾਜ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ,
ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰਨੌ ਨਿਧ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰਨੌ ਨਿਧ ਆਵੈ